मैं ਧਾਰਨੀ ਸਾਹਿਬ ਦਾ ਰੁਖ ਕਰਦਾ। ਧਾਰਨੀ ਸਾਹਿਬ ਦੇਖੋ, ਦੋ ਚੀਜ਼ਾਂ ਇੱਥੇ ਜੋ ਮੈਂ ਸ਼ੁਰੂਆਤ ਦੇ ਵਿੱਚ ਜ਼ਿਕਰ ਕਰ ਰਿਹਾ। ਇੱਕ ਪਾਸੇ ਤਾਂ ਆਮ ਆਦਮੀ ਪਾਰਟੀ ਤੇ ਕਾਂਗਰਸ ਦੇ ਵਿਚਾਲੇ ਅਲਾਈਅੰਸ ਦੀਆਂ ਗੱਲਾਂ, ਤੇ ਦੂਜਾ ਪੁਆਇੰਟ ਇੱਥੇ ਬਹੁਤ ਇੰਟਰਸਟਿੰਗ ਜਿਹੜਾ ਚੱਲ ਰਿਹਾ। ਮੇਰੀ ਆਵਾਜ਼ ਆ ਰਹੀ ਹੈ ਧਾਰਨੀ ਸਾਹਿਬ? ਆ ਰਹੀ ਹੈ ਜੀ। ਠੀਕ ਹੈ, ਤੁਹਾਡੀ ਤਸਵੀਰ ਸਾਡੇ ਤੱਕ ਨਹੀਂ ਪਹੁੰਚ ਰਹੀ। ਸਕਾਈਪ ਦੇ ਜ਼ਰੀਏ ਸਾਡੇ ਨਾਲ ਜੁੜੇ ਹੋਏ ਨੇ ਧਾਰਨੀ ਜੀ, ਉਮੀਦ ਹੈ ਕਿ ਉਹ ਦਰੁਸਤ ਹੋ ਜਾਏਗੀ। ਧਾਰਨੀ ਸਾਹਿਬ, ਅਕਾਲੀ ਦਲ ਇਸ ਪਟਨਾ ਵਾਲੀ ਮੀਟਿੰਗ ਦੇ ਵਿੱਚ ਗਿਆ ਨਹੀਂ ਜਾਂ ਫਿਰ ਸੱਦਿਆ ਨਹੀਂ ਜਾਂ ਤੁਸੀਂ ਕਿਨਾਰਾ ਕੀਤਾ ਹੈ? ਆਖਿਰ ਸਥਿਤੀ ਅਕਾਲੀ ਦਲ ਕਲੀਅਰ ਕਰੇ ਕਿ ਪਟਨਾ ਵਾਲੀ ਮੀਟਿੰਗ ਦੇ ਵਿੱਚ ਕਿਉਂ, ਕਿਉਂਕਿ ਤੁਸੀਂ ਅੱਜ ਦੀ ਡੇਟ ਦੇ ਵਿੱਚ ਬੀਜੇਪੀ ਦੇ ਤਾਂ ਵਿਰੋਧੀ ਹੋ ਤੁਸੀਂ। ਦੇਖੋ ਆਪਣਾ ਗੌਰਵ, ਮੈਂ ਪਹਿਲੀ ਬੇਨਤੀ ਇਹ ਕਰ ਦਵਾਂ ਕਿ 26 ਮਿੰਟ ਤੁਸੀਂ ਇਹਨਾਂ ਤਿੰਨ ਪਾਰਟੀਆਂ ਦੇ ਚੁੱਕੇ ਹੈਗੇ ਆ। ਦੂਜੀ ਗੱਲ, ਇਹ ਜਿਹੜੀ ਹੈਗੀ ਆ ਨਾ, ਜਿਹੜੀ ਅੱਜ ਦੀ ਮੀਟਿੰਗ ਹੋਈ ਹੈ, ਉਹ ਐਵੇਂ ਹੀ ਹੈਗੀ ਆ ਜਿਵੇਂ ਕਿਸੇ ਡੱਡੂਆਂ ਦੀ ਪੰਸੇਰੀ ਤੋਲਣੀ ਹੋਵੇ। ਤੁਸੀਂ ਇੱਕ ਛਾਲ ਮਾਰ ਕੇ ਉਧਰ ਨੂੰ ਲੰਘ ਜਵੇ, ਇੱਕ ਉਧਰ ਨੂੰ ਲੰਘ ਜਵੇ, ਇਸ ਤਰ੍ਹਾਂ ਦੀ ਗੱਲ ਹੈਗੀ ਆ। ਤੀਜੀ ਗੱਲ, ਹੁਣ ਜਿਹੜਾ ਮੈਨੂੰ ਤੁਸੀਂ ਡਾਇਰੈਕਟ ਕੁਐਸਚਨ ਕੀਤਾ, ਬਾਕੀਆਂ ਦੇ ਮੈਂ ਜਵਾਬ ਬਾਅਦ ਚ ਦਿੰਦਾ ਇਹਨਾਂ ਦੇ। ਜੀ ਦੇਖੋ, ਸ਼੍ਰੋਮਣੀ ਅਕਾਲੀ ਦਲ ਜਿਸ ਪਲੇਟਫਾਰਮ ਦੇ ਉੱਤੇ ਕਾਂਗਰਸ ਬੈਠੀ ਹੈ, ਕਦੇ ਵੀ ਨਹੀਂ ਜਾ ਸਕਦੀ। ਸਾਨੂੰ ਸੱਦਣਾ ਜਾਂ ਨਾ ਸੱਦਣਾ ਦਾ ਤਾਂ ਕੋਈ ਅਗਲਾ ਸਵਾਲ ਹੀ ਨਹੀਂ ਰੇਜ਼ ਹੁੰਦਾ ਹੈਗਾ। ਠੀਕ ਹੈ, ਕਲੀਅਰ ਹੈ, ਸਾਡਾ ਬਿਲਕੁਲ ਕਲੀਅਰ ਹੈ, ਸਾਡਾ ਉਹ ਹੈਗਾ। ਦੂਜੀ ਗੱਲ, ਇਹਨਾਂ ਦੇ ਵਿਚਾਲੇ ਇੱਕ ਜਿਹੜਾ ਹੈਗਾ ਨਾ, ਤਿੰਨੇ ਪਾਰਟੀਆਂ ਜਿਹੜੀਆਂ ਹੈਗੀਆਂ, ਇਹ ਆਪਣਾ ਸਰੀਨ ਸਾਹਿਬ ਗੱਲ ਕਰ ਰਹੇ ਸੀ ਕਿ ਜੀ ਸਾਨੂੰ ਇਹਨਾਂ ਦਾ ਕੋਈ ਡਰ ਨਹੀਂ ਹੈਗਾ, ਕਿਸੇ ਕਿਸਮ ਦਾ ਕੋਈ ਡਰ ਨਹੀਂ ਹੈਗਾ। ਦੇਖੋ, ਇਹ ਮੈਂ ਇੱਕ ਗੱਲ ਦੱਸ ਦਵਾਂ ਇਹਨਾਂ ਨੂੰ ਕਿ ਇਹਨਾਂ ਦੀ ਫਿਰ ਝੰਜਲਾਹਟ ਕੀ ਹੈ। ਅੱਜ ਬਾਰ-ਬਾਰ ਸਵੇਰ ਤੋਂ ਲੈ ਕੇ ਸਿਮਰਤੀ ਇਰਾਨੀ ਤੋਂ ਲੈ ਕੇ ਅਮਿਤ ਸ਼ਾਹ ਜੀ ਬਾਰ-ਬਾਰ ਚੈਨਲਾਂ ਤੇ ਆ ਕੇ ਰਿਐਕਸ਼ਨ ਕਿਉਂ ਦੇ ਰਹੇ ਹੈਗੇ ਆ? ਡਰ ਕੀ ਹੈਗਾ ਉਹਨਾਂ ਨੂੰ? ਔਰ ਰਹਿ ਗਈ ਅਗਲੀ ਗੱਲ, ਇਹਨਾਂ ਦੇਖੋ, ਜਿੱਥੋਂ ਤੱਕ ਤਾਂ ਕਾਂਗਰਸ ਦਾ ਔਰ ਬੀਜੇਪੀ ਦਾ ਆਮ ਆਦਮੀ ਪਾਰਟੀ ਦਾ ਸਵਾਲ ਹੈਗਾ, ਇਹਨਾਂ ਦੇ ਵਿਚਾਲੇ ਇੱਕੋ ਮੇਨ ਏਜੰਡਾ ਹੈਗਾ, ਉਹ ਹੈਗਾ ਆਰਡੀਨੈਂਸ ਤੇ ਵੋਟ ਦੇਣ ਵਾਲੀ ਗੱਲ। ਦੇਖੋ, ਜਿੱਥੋਂ ਤੱਕ ਕੇਜਰੀਵਾਲ ਸਾਹਿਬ ਦਾ ਗੱਲ ਹੈ, ਉਹਨਾਂ ਦੀ ਕੋਈ ਇਤਬਾਰ ਹੀ ਨਹੀਂ ਹੋ ਸਕਦਾ ਹੈ ਕਿ ਉਹ ਆਰਡੀਨੈਂਸ ਤੇ ਵੋਟ ਪਾ ਕੇ ਵੀ ਉਹ ਜਿਹੜਾ ਹੈਗਾ ਪਲਟ ਸਕਦੇ ਹੈਗੇ ਆ। ਰਹਿ ਗਈ ਕਾਂਗਰਸ ਦੀ ਗੱਲ। ਕਾਂਗਰਸ ਜਿਹੜੇ ਇਹ ਨਾ ਆਪਣੇ ਖੜਿਆਲ ਸਾਹਿਬ ਗੱਲ ਕਰ ਰਹੇ ਹੈਗੇ ਆ, ਖੜਿਆਲ ਸਾਹਿਬ ਨੂੰ ਮੈਂ ਦੱਸ ਦੇਣਾ ਚਾਹੁੰਦਾ ਕਿ ਪੰਜਾਬ ਬੀਜੇਪੀ ਦੀ ਅੱਜ ਸੈਂਟਰ ਦੇ ਲੈਵਲ ਦੇ ਉੱਤੇ ਰਾਹੁਲ ਗਾਂਧੀ ਜੀ ਲੈਵਲ ਤੇ ਜਿਹੜਾ ਹੈਗਾ ਕੋਈ ਬੁੱਕਤ ਵਾਲੀ ਗੱਲ ਨਹੀਂ। ਕਿਉਂਕਿ ਕਾਰਨ ਇਹ ਹੈਗਾ, ਅੱਜ ਪੰਜਾਬ ਦੇ ਵਿੱਚ ਜੋ ਕਾਂਗਰਸ ਦੇ ਲੀਡਰਾਂ ਦੀ ਜਿੰਨੇ ਐਮਐਲਏ ਮੰਤਰੀ ਸੀ, ਜੋ ਬੇਪੱਤੀ ਕਰੀ ਹੈਗੀ ਹੈ ਆਮ ਆਦਮੀ ਪਾਰਟੀ ਨੇ, ਜਿਸ ਤਰ੍ਹਾਂ ਫੜ ਅੰਦਰ ਦਿੱਤੇ ਆ, ਜੇਲ੍ਹਾਂ ਦੇ ਵਿੱਚ ਡੱਕੇ ਹੈਗੇ ਆ, ਉਸ ਦੇ ਬਾਵਜੂਦ ਵੀ ਇਹ ਤੁਸੀਂ ਦੇਖ ਲਿਓ ਕਿ ਜਿਹੜੀ 12 ਜੁਲਾਈ ਦੀ ਮੀਟਿੰਗ ਹੋਊਗੀ, ਉਸ ਦੇ ਵਿੱਚ ਕਾਂਗਰਸ ਨੂੰ ਬੀਜੇਪੀ ਦੇ ਖਿਲਾਫ, ਇਹ ਨਹੀਂ ਕਹਿੰਦਾ ਆਰਡੀਨੈਂਸ ਲਈ, ਆਰਡੀਨੈਂਸ ਬਹਾਨਾ, ਔਰ ਬੀਜੇਪੀ ਦੇ ਖਿਲਾਫ ਉਹ ਵੋਟ ਦੇਣ ਲਈ ਖੜੇ ਹੋਣਗੇ ਹੀ ਹੋਣਗੇ। ਔਰ ਰਹਿ ਗਈ ਗੱਲ ਨੈਸ਼ਨਲ ਲੈਵਲ ਤੇ, ਦੇਖੋ ਤੁਸੀਂ ਜਿਹੜਾ ਹੈਗਾ ਇਹਨੂੰ ਨਾ ਕਨਫਾਈਨ ਕਰਕੇ ਜਿਹੜਾ ਹੈਗਾ ਇੱਕ ਕੁਝੇ ਚ ਪਾਉਣ ਦੀ ਕੋਸ਼ਿਸ਼ ਕੀਤੀ, ਇਕੱਲੇ ਆਰਡੀਨੈਂਸ ਤੇ ਲਿਆਉਣ ਦੀ। ਜੇ ਆਪਾਂ ਸਾਰੇ ਸਟੇਟ ਦੀ, ਸਾਰੀਆਂ ਸਟੇਟਾਂ ਦੀ ਗੱਲ ਕਰੀਏ, ਸਾਰੀਆਂ ਸਟੇਟਾਂ ਦੇ ਵਿੱਚ ਜਿਹੜੇ ਵਖਰੇਵੇਂ ਹੈਗੇ ਆ, ਦੇਖੋ ਪਹਿਲੀ ਗੱਲ ਤਾਂ ਇਹ ਹੈਗੀ ਆ ਕਿ ਇੱਕ ਜਦੋਂ 12 ਤਰੀਕ ਜੁਲਾਈ ਦੀ ਮੀਟਿੰਗ ਰੱਖੀ ਗਈ ਸੀ, ਉਸ ਦੇ ਬਾਵਜੂਦ ਵੀ ਜਿਹੜਾ ਆਮ ਆਦਮੀ ਪਾਰਟੀ ਦਾ ਰਿਐਕਸ਼ਨ ਸੀ, ਜਿਸ ਤਰ੍ਹਾਂ ਉਹ ਪ੍ਰੈਸ ਕਾਨਫਰੰਸ ਤੋਂ ਪਹਿਲੇ ਹੀ ਉੱਠ ਕੇ ਕਿਨਾਰਾ ਕਰ ਗਏ, ਇੱਕ ਗੱਲ ਤਾਂ ਇਹ ਦਰਸਾਉਂਦੀ ਸੀ ਕਿ ਆਮ ਆਦਮੀ ਪਾਰਟੀ ਦਾ ਜਿਹੜਾ ਬਿਹੇਵੀਅਰ ਕੀ ਹੈਗਾ। ਉਸ ਤੋਂ ਬਾਅਦ ਆਪਾਂ ਜੇ ਉੱਪਰ JNK ਤੋਂ ਸ਼ੁਰੂ ਕਰ ਲਈਏ ਕਿ ਉਹਨਾਂ ਦੇ ਵਿਚਾਲੇ ਕਿਸ ਤਰ੍ਹਾਂ ਦੇ, ਦੇਖੋ ਅੱਜ ਦੀ ਜਿਹੜੀ ਮੀਟਿੰਗ ਸੀ ਉਹਦਾ ਕਾਮਨ ਮਿਨੀਮਮ ਪ੍ਰੋਗਰਾਮ ਕੋਈ ਨਹੀਂ ਸੀ, ਨੰਬਰ 1। ਨੰਬਰ 2, ਏਜੰਡਾ ਕੋਈ ਨਹੀਂ ਸੀ। ਨੰਬਰ 3, ਸੀਟ ਸ਼ੇਅਰਿੰਗ ਦੀ ਗੱਲ ਕੋਈ ਨਹੀਂ ਸੀ। ਅੱਜ ਦੀ ਮੀਟਿੰਗ ਜਿਹੜੀ ਹੈਗੀ ਹੈ ਇਹਨਾਂ ਦੀ ਕਿਤੇ ਨਾ ਕਿਤੇ ਜੇ ਆਪਾਂ ਕੱਲੇ ਦੀ ਗੱਲ ਕਰੀਏ, ਦੇਖੋ ਜੇ ਉੜੀਸਾ ਦੀ ਗੱਲ ਕਰੀਏ, ਉੜੀਸਾ ਸਭ ਤੋਂ ਪਾਵਰਫੁਲ ਸਟੇਟ ਹੈ, ਜਿਹਦੇ ਵਿੱਚ ਨਵੀਨ ਪਟਨਾਇਕ ਸਾਹਿਬ 25 ਸਾਲ ਤੋਂ ਜਿਹੜੇ ਹੈਗੇ ਆ CM ਬਣਦੇ ਆ ਰਹੇ ਆ। 10 ਸਾਲ ਪਹਿਲਾਂ ਉਹਨਾਂ ਦੇ ਫਾਦਰ ਬਣਦੇ ਰਹੇ। ਉਹ ਜਾਣ ਕੇ ਕਿਨਾਰਾ ਕਰ ਗਏ, ਉਹ ਮੌਕੇ ਤੇ ਦੇਖਣਗੇ। ਔਰ ਮੈਂ ਇੱਕ ਗੱਲ ਜ਼ਰੂਰ ਦੱਸ ਦੇਣਾ ਚਾਹੁੰਦਾ ਕਿ ਜਿੰਨੀਆਂ ਪਾਰਟੀਆਂ ਇਕੱਠੀਆਂ ਹੋਈਆਂ, ਮੈਂ ਅੱਜ ਸਾਰੇ ਐਨਾਲਿਸਿਸ ਦੇਖ ਰਿਹਾ ਸੀ, ਇਹ ਬੀਜੇਪੀ ਵਾਲੇ ਜਿੰਨਾ ਮਰਜ਼ੀ ਸਰੀਨ ਸਾਹਿਬ ਰੌਲਾ ਪਾ ਲੈਣ, ਆਪਣੇ ਆਪ ਨੂੰ ਸਹੀ ਕਰੀ ਜਾਣ, ਅੱਜ ਸਵਾਲ ਇਹ ਹੈਗਾ ਕਿ 300 ਸੀਟਾਂ ਜੇ ਇਹ ਪਾਰਟੀਆਂ 14 ਦੇ ਵਿੱਚੋਂ 12 ਵੀ ਇਕੱਠੀਆਂ ਹੁੰਦੀਆਂ ਤਾਂ 300 ਸੀਟਾਂ ਦੇ ਉੱਤੇ ਬੀਜੇਪੀ ਦੀ ਆ ਜਿਹੜੀ ਹੈਗੀ ਆ ਨਾ, ਉਹ ਬਾਜਾ ਵੱਜਣ ਵਾਲਾ। ਹੁਣ ਰਹਿ ਗਈ ਆਰਡੀਨੈਂਸ ਤੇ ਕੱਲੇ ਤੇ ਆ ਜਾਓ ਗੱਲ।
ਆਰਡੀਨੈਂਸ ਜੇ ਦਿੱਲੀ ਦੇ ਵਿੱਚ ਪਾਸ ਹੋਇਆ ਤਾਂ ਆਮ ਆਦਮੀ ਪਾਰਟੀ ਚੀਕਾਂ ਮਾਰ ਰਹੀ ਹੈ ਕੱਲੀ ਕੱਲੀ ਗੱਲ ਤੇ। ਜਿਹੜੀ ਪੰਜਾਬ ਦੇ ਵਿੱਚ ਅਨਸੰਵਿਧਾਨਕ ਜਿਹੜੀ ਮੀਟਿੰਗ ਕਰਕੇ ਆਪਣਾ ਵਿਧਾਨ ਸਭਾ ਦੀ, ਉਸ ਦੇ ਵਿੱਚ ਜਿਹੜੀਆਂ ਪੰਜਾਬ ਦੇ ਵਿੱਚ ਆ ਬਿੱਲ ਲਿਆਉਣ ਦੀ ਕੋਸ਼ਿਸ਼ ਕੀਤੀ ਹੈ, ਉਹਨੂੰ ਕਾਲਾ ਬਿੱਲ ਕਹਿ ਰਹੇ ਆਰਡੀਨੈਂਸ ਨੂੰ। ਸਿੱਖਾਂ ਦੇ ਮਾਮਲੇ ਦੇ ਵਿੱਚ ਜੋ ਇਹਨਾਂ ਨੇ ਕੀਤਾ, ਉੱਥੇ ਜਿਹੜਾ ਹੈਗਾ ਹਰ ਬਿੱਲ ਦੀਆਂ ਧਾਰਨੀ ਸਾਹਿਬ ਜਵਾਬ ਲੈ ਲਵਾਂ। ਉਮੀਦ ਹੈ ਤੁਸੀਂ ਮੈਨੂੰ 26 ਮਿੰਟ ਪਹਿਲਾਂ ਹੀ ਦੱਸ ਦਿੱਤੇ ਸੀ। ਉਮੀਦ ਹੈ ਕਿ ਹੁਣ 4-5 ਮਿੰਟ ਤੁਸੀਂ ਤਸੱਲੀ ਨਾਲ ਆਪਣੀ ਗੱਲ ਰੱਖ ਲਈ। ਦੇਖੋ ਅੱਜ ਆਰਡੀਨੈਂਸ ਚੱਲ ਰਿਹਾ ਹੈਗਾ ਤੇ ਤੁਸੀਂ ਮੈਨੂੰ ਸਵਾਲ ਕੀ ਪੁੱਛ ਰਹੇ ਹੈਗੇ ਆ ਕਿ ਧਾਰਨੀ ਸਾਹਿਬ ਤੁਹਾਨੂੰ ਬੁਲਾਇਆ ਨਹੀਂ ਕਿ ਤੁਸੀਂ ਜਾ ਨਹੀਂ ਰਹੇ। ਇਹ ਲੋਕਾਂ ਦਾ ਸਵਾਲ ਹੈ ਧਾਰਨੀ ਸਾਹਿਬ, ਲੋਕਾਂ ਦਾ ਸਵਾਲ ਹੈ। ਮੇਰਾ ਕੰਮ ਹੀ ਉਹੀ ਹੈ, ਲੋਕੀ ਜਾਣਨਾ ਚਾਹੁੰਦੇ ਹੋਣਗੇ ਕਿ ਅਕਾਲੀ ਦਲ ਵੀ ਤਾਂ ਬੀਜੇਪੀ ਦਾ ਵਿਰੋਧੀ ਹੈ, ਕਿਉਂ ਨਹੀਂ ਗਿਆ। ਮੈਂ ਜਵਾਬ ਦੇ ਰਿਹਾ। ਪਹਿਲੀ ਕਾਂਗਰਸ ਸਰਕਾਰ ਜਿਹਨੇ ਹਰਮੰਦਰ ਸਾਹਿਬ ਢਾਇਆ, ਉਹ ਤੁਹਾਡੀ ਗੱਲ ਕਲੀਅਰ ਹੋ ਗਈ, ਉਹ ਲੋਕਾਂ ਨੂੰ ਸਮਝ ਆ ਗਿਆ ਕਿ ਠੀਕ ਹੈ ਅਕਾਲੀ ਦਲ ਇਸ ਕਰਕੇ ਨਹੀਂ ਗਿਆ ਕਿਉਂਕਿ ਕਾਂਗਰਸ ਆ ਉੱਥੇ, ਕਿ ਜੇ ਕਾਂਗਰਸ ਜਿਸ ਗਠਜੋੜ ਦੇ ਵਿੱਚ ਹੋਏਗੀ ਅਕਾਲੀ ਦਲ ਨਹੀਂ ਹੋਏਗਾ। ਦੂਜੀ ਆਮ ਆਦਮੀ ਪਾਰਟੀ ਜਿਹੜੀ ਨੇ ਹੁਣ ਜਿਹੜਾ ਹੈਗਾ ਸਿੱਖ ਧਰਮ ਦੇ ਉੱਤੇ ਹਰਮੰਦਰ ਸਾਹਿਬ ਤੇ ਦੂਜਾ ਹਮਲਾ ਕੀਤਾ, ਇਸ ਕਰਕੇ ਜਵਾਬ ਲੈ ਲਓ, ਫਿਰ ਜਵਾਬ ਲੈ ਲਓ ਧਾਰਨੀ ਸਾਹਿਬ, ਜਵਾਬ ਲੈ ਲਓ ਥੋੜਾ ਜਵਾਬ ਲੈ ਲਓ ਧਾਰਨੀ ਸਾਹਿਬ। ਤੁਸੀਂ ਬੜੀ ਤਫਸੀਲ ਨਾਲ ਗੱਲ ਰੱਖੀ ਹੈ, ਮੈਨੂੰ ਲੱਗਦਾ 5-6 ਮਿੰਟ ਬੜੇ ਖੁੱਲੇ ਤੁਹਾਨੂੰ ਮਿਲੇ ਨੇ, ਫਿਰ ਸਮਾਂ ਖਰਾਬ ਹੁੰਦਾ। ਤਵਨ ਜੀ ਗੱਲ ਇਹ ਹੈ ਗੌਰਵ ਜੀ, ਮੈਂ ਸਾਰੇ ਪਾਰਟੀ ਦੇ ਬੁਲਾਰਿਆਂ ਦੀ ਗੱਲ ਸੁਣੀ। ਸਭ ਤੋਂ ਪਹਿਲੇ ਮੈਂ ਭਾਜਪਾ ਦੇ ਬੁਲਾਰੇ ਸਰੀਨ ਸਾਹਿਬ ਦੀ ਗੱਲ ਦਾ ਜਵਾਬ ਦੇ ਰਿਹਾ। ਸਰੀਨ ਸਾਹਿਬ, ਅੱਜ ਪੰਜਾਬ ਨਹੀਂ ਪੂਰੇ ਦੇਸ਼ ਦਾ ਜਿਹੜਾ ਲੋਕਤੰਤਰ ਹੈ ਨਾ ਖਤਰੇ ਵਿੱਚ ਹੈ, ਤਾਂ ਹੀ ਅੱਜ ਵਿਰੋਧੀ ਪਾਰਟੀਆਂ ਇੱਕ ਸਟੇਜ ਤੇ ਆ ਕੇ ਇਕੱਠੀਆਂ ਹੋਈਆਂ ਨੇ। ਤੁਸੀਂ ਗੱਲ ਕੀਤੀ ਚੋਰ ਮਸੇਰੇ ਭਾਈ, ਮੈਂ ਤੁਹਾਨੂੰ ਇੱਕ ਗੱਲ ਤੁਹਾਡੇ ਲਫ਼ਜ਼ਾਂ ਵਿੱਚ ਦੱਸ ਦਿੰਦਾ, ਨਾ ਇਤਰਾਓ ਆਪਣੀ ਝੂਠੀ ਬੁਲੰਦੀਆਂ ਤੇ। ਨਾ ਵਕਤ ਦੇ ਸ਼ਹਿਨशाह ਪਹਿਲੇ ਵੀ ਬੜੇ ਹੋਏ ਨੇ, ਲੇਕਿਨ ਅਕਸਰ ਦੇਖਾ ਗਿਆ ਜਿੱਥੇ ਹੁੰਦੇ ਸੀ ਆਲੀਸ਼ਾਨ ਮਕਾਨ ਉਹ ਸ਼ਹਿਨशाहਵਾਂ ਦੇ, ਅੱਜ ਉਹਨਾਂ ਦੇ ਮਕਬਰੇ ਵੀ ਉੱਥੇ ਹੀ ਬਣੇ ਹੋਏ ਨੇ। 2024 ਅੱਜ ਭਾਜਪਾ ਵਿੱਚ ਜਿਹੜੀ ਕੇਂਦਰ ਵਿੱਚ ਮੋਦੀ ਸਰਕਾਰ ਬੈਠੀ ਹੈ ਨਾ, 2024 ਲਿਖ ਲਓ, ਉਹ ਮਕਬਰੇ ਦਾ ਕੰਮ ਕਰੇਗੀ। ਔਰ ਜਿਸ ਤਰ੍ਹਾਂ ਤੁਹਾਡੀ ਤਾਨਾਸ਼ਾਹੀ, ਫਿਰ ਕੁਰਬਾਨੀ ਦੀ ਲੋੜ ਹੋਏਗੀ ਤਵਨ ਜੀ, ਉਹ ਹੁਣ ਕਾਂਗਰਸ ਕਰੇ ਜਾਂ ਤੁਸੀਂ ਕਰੋ ਆਰਡੀਨੈਂਸ ਵਾਲੇ ਮੁੱਦੇ ਉੱਤੇ। ਗੱਲ ਹੈ ਇਹ ਜਿਹੜੀ ਅੱਜ ਹੱਸੀ ਹੱਸ ਰਹੇ ਨੇ ਨਾ, ਇਹ ਲੋਕ ਇਹਨਾਂ ਤੇ ਹੱਸਣ ਵਾਲੇ ਨੇ, ਇਹ ਆਉਣ ਵਾਲਾ ਸਮਾਂ ਇਹਨਾਂ ਨੂੰ ਦਰਸਾ ਦੇਗਾ। ਦੂਸਰੀ ਗੱਲ ਇਹਨਾਂ ਨੇ ਗੱਲ ਕੀ, ਦੇਖੋ ਕਿੱਦਾਂ ਇੱਕ ਨਿੰਦਣਯੋਗ ਕੰਮ ਹੈ ਕਿ 11 ਮਈ ਨੂੰ ਸੁਪਰੀਮ ਕੋਰਟ ਜਦ ਆਰਡਰ ਕੱਢਦੀ ਹੈ ਔਰ ਜਦ ਦਿੱਲੀ ਸਰਕਾਰ ਦੇ ਹਿੱਤ ਵਿੱਚ ਗੱਲ ਕਰਦੀ ਹੈ, ਤੇ 19 ਮਈ ਨੂੰ ਰਾਤੀ 10 ਵਜੇ ਚੋਰੀ ਛੁਪੇ ਕੇਂਦਰ ਵਿੱਚ ਬੈਠੀ ਜਿਹੜੀ ਕੇਂਦਰ ਦੀ ਮੋਦੀ ਸਰਕਾਰ ਹੈ, ਉਹ ਰਾਤੀ 10 ਵਜੇ ਉਸ ਆਰਡੀਨੈਂਸ ਦੇ ਖਿਲਾਫ ਆਪਣਾ ਤੁਗਲਕੀ ਫਰਮਾਨ ਜਾਰੀ ਕਰ ਦਿੰਦੀ ਹੈ। ਇਹ ਕੀ ਦਰਸਾਉਂਦਾ ਹੈ? ਲੋਕਤੰਤਰ ਦਾ ਕਤਲ ਹੋ ਰਿਹਾ ਹੈ। ਨਹੀਂ ਤੁਹਾਨੂੰ ਲੱਗਦਾ ਕਿ ਬੀਜੇਪੀ, ਨਹੀਂ ਮੈਂ ਧਵਨ ਸਾਹਿਬ ਉਹੀ ਗੱਲ ਕਰ ਰਹੇ ਨੇ, ਤੁਹਾਨੂੰ ਲੱਗਦਾ ਕਿ ਬੀਜੇਪੀ ਜਿਹੜਾ ਆਰਡੀਨੈਂਸ ਲੈ ਕੇ ਆਈ ਉਹ ਗਲਤ ਹੈ, ਤਾਂ ਫਿਰ ਇਸ ਦਾ ਮਤਲਬ ਹੈ ਕਿ ਬੀਜੇਪੀ ਦੇ ਖਿਲਾਫ ਖੜਨਾ। ਫਿਰ ਉਹ ਗੱਲ ਉਹੀ ਹੈ ਨਾ ਕਿ ਕੁਰਬਾਨੀ ਕੌਣ ਦੇਗਾ। ਬਾਕੀ ਜੇ ਇਹੀ ਸਟੈਂਡ ਦਾ ਕਲੀਅਰ ਕਰ ਦਿਓ, ਆਰਡੀਨੈਂਸ ਵਾਲੇ ਮੁੱਦੇ ਵਾਲੀ ਸ਼ਰਤ ਕਿਉਂ ਰੱਖ ਦਿੱਤੀ? ਕੁਰਬਾਨੀ ਕਾਂਗਰਸ ਦਾ ਹੈਗੀ। ਇਹ ਸਿਰਫ ਦਿੱਲੀ ਦੇ 2 ਕਰੋੜ ਕਾਂਗਰਸ ਦਾ ਲੋਕਾਂ ਦਾ ਕਹਾਣ ਨਹੀਂ ਹੈ, ਇਹ ਕਹਾਣ ਪੂਰੇ ਹਿੰਦੁਸਤਾਨ ਵਿੱਚ ਹੋ ਰਿਹਾ। ਜਿੱਥੇ ਭਾਜਪਾ ਦੀਆਂ ਸਰਕਾਰਾਂ ਨਹੀਂ ਹੈਗੀਆਂ, ਉੱਥੇ ਭਾਜਪਾ ਇੱਕ ਸ਼ਾਸਨ ਕਰਦੀ ਹੈ। ਇਹ ਸਾਜ਼ਿਸ਼ ਹੋ ਰਹੀ ਹੈ ਕਿ ਉੱਥੇ ਦੀਆਂ ਸਰਕਾਰਾਂ ਡਿਗਾਈਆਂ ਜਾਣ, ਉੱਥੋਂ ਦੀਆਂ ਸਰਕਾਰਾਂ ਦੇ ਜਿਹੜੇ ਅਧਿਕਾਰ ਹੈ ਖੋਏ ਜਾਣ। ਇਹ ਹਰ ਸੂਬੇ ਵਿੱਚ ਹੋ ਸਕਦਾ ਹੈ। ਦੇਖੋ ਮੈਨੂੰ ਦਿੱਲੀ ਦੇ ਲੋਕਾਂ ਦਾ ਸਵਾਲ ਨਹੀਂ ਹੈਗਾ, ਦਰਸ਼ਕਾਂ ਨੂੰ ਵੀ ਇਹ ਬਹੁਤ ਇਸ ਸਮੇਂ ਜਿਹੜੀ ਸਰੀਨ ਸਾਹਿਬ ਦੀ ਮੂੰਹ ਦੇ ਉੱਤੇ ਸਮਾਈਲ ਹੈ ਨਾ, ਉਹ ਦਰਸ਼ਕ ਵੀ ਸਮਝ ਰਹੇ ਹੋਣੇ ਆ ਕਿ ਪੰਜਾਬ ਬੀਜੇਪੀ ਨੂੰ ਲੱਗ ਰਿਹਾ ਕਿ ਜੇ ਦੋਵੇਂ ਇਕੱਠੇ ਹੋ ਗਏ ਤਾਂ ਵੀ ਬੱਲੇ ਬੱਲੇ, ਜੇ ਨਹੀਂ ਹੋਏ ਤਾਂ ਵੀ ਬੱਲੇ ਬੱਲੇ। ਐਟਲੀਸਟ ਪੰਜਾਬ ਦੇ ਕੰਟੈਕਸਟ ਦੇ ਵਿੱਚ ਥੋੜਾ ਜਿਹਾ ਵੇਟ ਕਰਿਓ, ਥੋੜਾ ਜਿਹਾ ਵੇਟ ਕਰਿਓ, ਧਾਰਨੀ ਜੀ ਵੇਟ ਕਰਿਓ, ਮੈਂ ਤੁਹਾਡੇ ਕੋਲ ਆਉਂਦਾ ਜਵਾਬ ਲੈ ਲਓ। ਚਲੋ ਇੱਕ ਧਾਰਨੀ ਸਾਹਿਬ ਸੀਨੀਅਰ ਹੈ, ਆਪਣੇ ਨਾਲ ਜੁੜੇ ਹੋਏ ਨੇ। ਧਾਰਨੀ ਸਾਹਿਬ ਕੁਝ ਕਹਿਣਾ ਚਾਹੁੰਦੇ? ਧਾਰਨੀ ਸਾਹਿਬ ਬਹੁਤ ਛੋਟਾ ਜਿਹਾ ਰੱਖਿਓ ਜਵਾਬ। ਧਾਰਨੀ ਜੀ ਬਲੀ ਦਾਏਗੀ ਕਾਂਗਰਸ। ਮੈਂ ਇੱਕ ਸੈਕਿੰਡ ਬਸ 10 ਸੈਕਿੰਡ ਉਹਨੂੰ ਕੰਪਲੀਟ ਕਰ ਲੈਣਾ। ਧਾਰਨੀ ਸਾਹਿਬ ਕਾਂਗਰਸੀ ਪੰਜਾਬ ਦੇ ਕਾਂਗਰਸੀਆਂ ਦੀ ਹੁਣ ਜਵਾਬ ਲੈ ਲਓ। ਠੀਕ ਹੈ, ਮੈਂ ਦੇਖੋ ਖੜਿਆਲ ਸਾਹਿਬ ਤੁਸੀਂ ਜਵਾਬ ਦੇਵੋਗੇ, ਪਰ ਇਹ ਸਭ ਦੇ ਵਿਚਾਲੇ ਧਾਰਨੀ ਸਾਹਿਬ ਨੇ 2 ਬੜੀਆਂ ਇੰਪੋਰਟੈਂਟ ਗੱਲਾਂ ਕੀਤੀਆਂ। ਇੱਕ ਤਾਂ ਤੁਹਾਨੂੰ ਵਿਜੀਲੈਂਸ ਦੀਆਂ ਰੇਡਾਂ ਯਾਦ ਕਰਵਾ ਦਿੱਤੀਆਂ ਕਿ ਕਿਤੇ ਉਹ ਰੇਡਾਂ ਭੁੱਲ ਕੇ ਤੁਸੀਂ ਭਲੇਖੇ ਨਾਲ ਚਲੇ ਜਾਇਓ ਆਮ ਆਦਮੀ ਪਾਰਟੀ ਵਾਲੇ ਪਾਸੇ। ਦੂਜਾ ਉਹ ਬੀਜੇਪੀ ਨੂੰ ਵੀ ਯਾਦ ਕਰਵਾ ਰਹੇ ਸੀ ਕਿ ਤੁਸੀਂ ਵੀ ਨਾ ਭੁੱਲ ਜਾਇਓ ਕਿ 300 ਸੀਟਾਂ ਨਹੀਂ ਆਣੀਆਂ ਤੁਹਾਡੀਆਂ ਜੇ ਸਾਰੇ ਇਕੱਠੇ ਹੋ ਗਏ। ਤਾਂ ਉਹ ਵੀ ਇੱਕ ਤਰੀਕੇ ਨਾਲ ਉਹਨਾਂ ਨੂੰ ਦੱਸਣ ਦੀ ਕੋਸ਼ਿਸ਼ ਕਰ ਰਹੇ ਨੇ। ਤੁਸੀਂ ਜਵਾਬ ਦੇ ਦਿਓ ਪਹਿਲਾਂ ਜੀ ਪਲੀਜ਼। ਪਹਿਲਾਂ ਤਾਂ ਮੈਂ ਧਾਰਨੀ ਸਾਹਿਬ ਦੀ ਗੱਲ ਦਾ ਜਵਾਬ ਦਿੰਦਾ। ਇਹਨਾਂ ਨੂੰ ਇੰਨੀ ਪ੍ਰੋਬਲਮ ਹੈ ਤੇ ਕਾਂਗਰਸ ਪਾਰਟੀ ਦੇ ਨਾਲ ਇੱਕੋ ਪਲੇਟਫਾਰਮ ਤੇ ਕਿਉਂ ਆਏ ਸੀਗੇ? ਕਾਂਗਰਸ ਪਾਰਟੀ ਦੇ ਸੱਦੇ ਤੇ, ਅਜੀਤ ਦੇ ਪਲੇਟਫਾਰਮ ਤੇ, ਆਮ ਆਦਮੀ ਪਾਰਟੀ ਦੇ ਮੀਡੀਆ ਸਪਰੈਸ਼ਨ ਦੇ ਖਿਲਾਫ, ਤਾਨਾਸ਼ਾਹ ਰਵੱਈਏ ਦੇ ਖਿਲਾਫ, ਆਮ ਟਵਿਸਟਿੰਗ ਦੇ ਖਿਲਾਫ ਕਰ ਲੈਣਾ ਆਪਦੇ ਆਪ ਨੂੰ ਐਕਸਪੋਜ਼ ਇਹਨਾਂ ਨੇ। ਦੂਜੀ ਗੱਲ, ਇਹ ਉਹ ਪਾਰਟੀ ਹੈ ਸ਼੍ਰੋਮਣੀ ਅਕਾਲੀ ਦਲ ਦੀ ਜਿਨ੍ਹਾਂ ਦੇ ਰਾਜ 'ਚ ਬੇਅਦਬੀ ਹੋਈ, ਜਿਨ੍ਹਾਂ ਦੇ ਲੀਡਰ ਗੋਲੀकांड ਦੇ ਵਿੱਚ ਚਲਾਨ ਹੋ ਗਏ ਹੈ। ਇਹ ਉਹ ਸ਼੍ਰੋਮਣੀ ਅਕਾਲੀ ਦਲ ਹੈ ਜਿਹਨੂੰ ਨਾ ਕਿਸੇ ਨੇ ਨਿਯੋਤਾ ਦਿੱਤਾ ਆਪੋਜੀਸ਼ਨ ਪਾਰਟੀਆਂ ਦੀ ਮੀਟਿੰਗ ਤੇ, ਕਿਉਂਕਿ ਸਭ ਨੂੰ ਪਤਾ ਹੈ ਨੈਸ਼ਨਲ ਪੋਲਿਟਿਕਸ ਦੇ ਵਿੱਚ ਵੀ ਖਤਮ ਨੇ, ਪੰਜਾਬ ਦੀ ਪੋਲਿਟਿਕਸ ਦੇ ਵਿੱਚ ਵੀ। ਹੁਣ ਮੈਂ ਧਿਆਨ ਹਟਾਉਣਾ ਹੈ ਬੀਜੇਪੀ ਵੱਲ ਕਰ ਦਿੰਦਾ।
ਬੀਜੇਪੀ ਨੇ ਇੱਥੇ ਦੋ ਤਿੰਨ ਗੱਲਾਂ ਕਹੀਆਂ। ਸਰੀਨ ਸਾਹਿਬ ਕਹਿੰਦੇ ਦੇਖ ਲਓ ਯੂਨਿਟੀ ਆਪੋਜੀਸ਼ਨ ਯੂਨਿਟੀ। ਸਰੀਨ ਸਾਹਿਬ ਇੱਥੇ ਦੋ ਪਾਰਟੀਆਂ ਦੀ ਯੂਨਿਟੀ ਦੀ ਗੱਲ ਨਹੀਂ ਹੋ ਰਹੀ। ਥੋੜਾ ਜਿਹਾ ਨਜ਼ਰੀਏ ਨੂੰ ਨਾ ਬ੍ਰੌਡ ਕਰੋ, ਥੋੜਾ ਸੱਚਾਈ ਵੱਲ ਝਾਕ ਮਾਰੋ ਤੇ ਦੇਖੋ ਉੱਥੇ ਕਿੰਨੀਆਂ ਪਾਰਟੀ ਸੀਗੀਆਂ। 15 ਤੋਂ ਜ਼ਿਆਦਾ ਪੋਲੀਟੀਕਲ ਪਾਰਟੀਆਂ ਇੱਕ ਪਲੇਟਫਾਰਮ ਤੇ ਇਕੱਠੀਆਂ ਹੋਈਆਂ। ਉਹਨਾਂ ਚੋਂ ਜੇ ਇੱਕ ਪਾਰਟੀ ਨੂੰ ਕੋਈ ਤਕਲੀਫ ਹੈ, ਕੋਈ ਇਸ਼ੂ ਹੈ, ਉਹਦਾ ਇਹ ਮਤਲਬ ਨਹੀਂ ਕਿ ਸਾਰਿਆਂ ਨੂੰ ਤਕਲੀਫ ਹੈ, ਇਸ਼ੂ ਹੈ, ਕੋਈ ਉੱਥੇ ਕੋਆਰਡੀਨੇਸ਼ਨ ਨਹੀਂ ਹੈਗੀ, ਕੋਈ ਇਕੱਠੇ ਨਹੀਂ ਹੈਗੇ। 14 ਤੋਂ ਜ਼ਿਆਦਾ ਪੋਲੀਟੀਕਲ ਪਾਰਟੀਆਂ ਨੰਬਰ 1 ਇਕੱਠੀਆਂ। ਦੂਜੀ ਗੱਲ, ਆਮ ਆਦਮੀ ਪਾਰਟੀ ਇੱਕ MP ਵਾਲੀ ਪਾਰਟੀ ਜੋ ਨੂੰ ਕੋਈ ਇਸ਼ੂ ਹੈ ਆਪਦਾ ਇਸ਼ੂ ਦੇਖ ਲੂਗੀ। ਲੇਕਿਨ ਪ੍ਰੋਬਲਮ ਕੀ ਹੈ ਗੌਰਵ ਜੀ, ਬੀਜੇਪੀ ਨੂੰ ਨਾ ਇਹ ਸਮਝਣ ਦੀ ਲੋੜ ਹੈ ਕਿ ਤੁਹਾਡੇ ਤਾਨਾਸ਼ਾਹ ਰਵੱਈਏ ਦੇ ਖਿਲਾਫ ਸਾਰੇ ਤੁਸੀਂ ਆਪ ਹੀ ਇਕੱਠੇ ਕਰਤੇ, ਕਿਸੇ ਨੂੰ ਜ਼ਿਆਦਾ ਜ਼ੋਰ ਲਾਉਣ ਦੀ ਲੋੜ ਪਈ ਨਹੀਂ ਹੈ। ਤੇ ਜਿਹੜੀ ਮੈਂ ਗੱਲ ਕਹੀ ਸੀਗੀ ਵੀ ਜੇ ਅਲਾਈਅੰਸ ਨਾਲ ਬੰਦਾ ਕਮਜ਼ੋਰ ਦਿਖਦਾ ਤੇ ਫਿਰ ਅਲਾਈਅੰਸ ਤੁਸੀਂ ਆਪਦੀ ਤੋੜਦੇ ਕਿਉਂ ਨਹੀਂ, ਤੁਸੀਂ ਕਰਦੇ ਕਿਉਂ ਇਨ ਦਾ ਫਰਸਟ ਪਲੇਸ। ਤੇ ਦੂਜੀ ਗੱਲ, ਜ਼ਰੂਰੀ ਗੱਲ, ਬੀਜੇਪੀ ਦੇ ਨਾ ਜਿਹੜਾ ਇਹ ਡੈਮੋਕ੍ਰੇਸੀ ਨੂੰ ਖਤਮ ਕਰ ਰਿਹਾ, ਲੋਕਤੰਤਰ ਨੂੰ ਡਿਸਟਰੋਏ ਕਰ ਰਿਹਾ ਹੈ, ਉਹਦੇ ਖਿਲਾਫ ਸਾਰੇ ਇਕੱਠੇ ਹੋ ਰਹੇ। ਤੁਹਾਨੂੰ ਉਦਾਹਰਨ ਅੱਜ ਦਾ ਹੀ ਦੇ ਦਿੰਦਾ। ਮੋਦੀ ਸਾਹਿਬ ਨੇ ਪ੍ਰੈਸ ਕਾਨਫਰੰਸ ਕਰਤੀ USA ਦੇ ਵਿੱਚ 9 ਸਾਲਾਂ ਦੇ ਵਿੱਚ ਗੌਰਵ ਜੀ, 9 ਸਾਲਾਂ 'ਚ not even one press conference ਇੱਕ ਨਹੀਂ ਕੀਤੀ 9 ਸਾਲਾਂ ਦੇ ਵਿੱਚ ਇੰਡੀਆ ਦੇ ਵਿੱਚ। ਦੂਜੀ ਗੱਲ, ਮੋਦੀ ਸਾਹਿਬ ਜਾ ਕੇ ਕਹਿੰਦੇ ਸਬਕਾ ਸਾਥ ਸਬਕਾ ਵਿਕਾਸ। ਤੇ ਮੈਂ ਇਹਨਾਂ ਨੂੰ ਪੁੱਛੂੰਗਾ ਸਰੀਨ ਸਾਹਿਬ, ਤੁਹਾਡੇ ਕੈਬਨਿਟ ਦੇ ਵਿੱਚ ਕਿੰਨੇ ਮੁਸਲਿਮਸ ਹੈ? ਉਹਦਾ ਜਵਾਬ ਹੈ ਨੈਗਲੀਜੀਬਲ ਰਿਪਰੈਜ਼ੈਂਟੇਸ਼ਨ ਹੈ। ਤੀਜੀ ਗੱਲ ਗੌਰਵ ਜੀ, ਤੁਸੀਂ ਦੇਖੋ ਵਿਮਨ ਮਹਿਲਾ ਸਸ਼ਕਤੀਕਰਨ ਦੀਆਂ ਗੱਲਾਂ ਕੀਤੀਆਂ ਉੱਥੇ, ਵਿਮਨ ਰੈਸਲਰਸ ਨਾਲ ਜੋ ਵਿਵਹਾਰ ਹੋਇਆ ਉਹ ਸਭ ਨੇ ਦੇਖਿਆ ਪਾਰਲੀਮੈਂਟ ਦੇ ਬਾਹਰ ਵੀ, ਤੇ ਅਦਰਵਾਈਜ਼ ਇੱਥੇ ਉਹਨਾਂ ਨੂੰ ਧਰਨਾ ਲਾਉਣਾ ਪਿਆ। ਚੌਥਾ, ਪਰ ਉਹਨਾਂ ਨੂੰ ਫੇਲ ਨਹੀਂ ਲੱਗਦਾ ਕਿ ਤੁਸੀਂ ਤੁਹਾਨੂੰ ਡਰ ਮਹਿਸੂਸ ਹੋ ਰਿਹਾ ਹੈ ਤਾਂ ਸਾਰੇ ਇਕੱਠੇ ਹੋ ਰਹੇ। ਮੈਂ ਕਹਿੰਦਾ ਦੱਸਦਾ ਉਹਨਾਂ ਨੇ ਇੱਕ ਹੋਰ ਲਾਈਨ ਇਸਤੇਮਾਲ ਕੀਤੀ ਸੀ, ਕਹਿੰਦੇ ਚੋਰ ਚੋਰ ਮੁਸੇਰੇ ਭਰਾ। ਬੀਜੇਪੀ ਨੇ ਕੀਤੀ, ਬੀਜੇਪੀ ਕਹਿੰਦੀ ਕਿ ਤੁਹਾਨੂੰ ਡਰ ਲੱਗ ਰਿਹਾ। ਇਹਨਾਂ ਦੀ ਭਾਸ਼ਾ 'ਚ ਇਹਨਾਂ ਨੂੰ ਜਵਾਬ ਦਿੰਦਾ, ਜਿੱਥੇ ਜਿੱਥੇ ਬੀਜੇਪੀ ਨੇ ਅਲਾਈਅੰਸ ਕੀਤੀ ਹੈ ਤੁਸੀਂ ਵੀ ਉੱਥੇ ਫਿਰ ਚੋਰ ਚੋਰ ਮੁਸੇਰੇ ਭਰਾ। ਤੁਹਾਨੂੰ ਵੀ ਬੜਾ ਡਰ ਲੱਗ ਰਿਹਾ ਸੀਗਾ, ਤੁਸੀਂ ਆਪਦੀ ਕਮਜ਼ੋਰੀ ਦਿਖਾਤੀ, ਤੁਸੀਂ ਐਡਮਿਟ ਕਰ ਲਿਆ ਵੀ ਤੁਸੀਂ ਜਿੱਤ ਨਹੀਂ ਸਕਦੇ। ਸੋ ਗੌਰਵ ਜੀ, ਗੱਲਾਂ ਕਰਨੀਆਂ ਸੌਖੀਆਂ, ਪ੍ਰੈਕਟਿਸ ਕਰਨੀ ਔਖੀ। ਲਾਸਟ ਪੁਆਇੰਟ ਪਲੀਜ਼। ਮੇਰਾ ਇੱਕ ਸਵਾਲ ਹੈ ਕਿ ਕਾਂਗਰਸ ਇਸ ਮਹਾਗਠਜੋੜ ਦੇ ਵਿੱਚ ਖੁਦ ਨੂੰ ਕਮਾਂਡਿੰਗ ਪੋਜੀਸ਼ਨ ਦੇ ਵਿੱਚ ਦੇਖ ਰਹੀ ਹੈ? ਦੇਖੋ, ਇਹ ਕਮਾਂਡਿੰਗ ਪੋਜੀਸ਼ਨ ਤਾਂ ਲੋਕ ਡਿਸਾਈਡ ਕਰਦੇ ਤੇ ਸਾਡਾ ਲੋਕਤੰਤਰ ਡਿਸਾਈਡ ਕਰਦਾ। ਤੇ ਮੈਂ ਤਾਂ ਇੱਕੋ ਗੱਲ ਕਹੂੰਗਾ, ਆਪਾਂ ਕੰਪਲੀਟ ਕਰ ਲਓ। ਮੈਂ ਸਰੀਨ ਸਾਹਿਬ ਤੋਂ ਰਿਐਕਸ਼ਨ ਲੈਣਾ। ਸੋ ਕਾਂਗਰਸ ਪਾਰਟੀ ਕੈਪੇਬਲ ਹੈ ਕਿ ਨਹੀਂ, ਆਪਾਂ ਕਿਵੇਂ ਦੇਖ ਸਕਦੇ ਹਾਂ? ਸਭ ਤੋਂ ਜ਼ਿਆਦਾ MPs ਕਿਹਦੇ ਕੋਲ ਪੂਰੇ ਦੇਸ਼ ਦੇ ਵਿੱਚ ਆਫਟਰ ਬੀਜੇਪੀ? ਆਪੋਜੀਸ਼ਨ ਦੇ ਵਿੱਚ ਕਾਂਗਰਸ ਪਾਰਟੀ ਕੋਲੇ। ਸਭ ਤੋਂ ਜ਼ਿਆਦਾ MLAs ਕਿਹਦੇ ਕੋਲੇ? ਕਾਂਗਰਸ ਪਾਰਟੀ ਕੋਲੇ। ਸਭ ਤੋਂ ਜ਼ਿਆਦਾ MLCs ਕਿਹਦੇ ਕੋਲੇ? ਕਾਂਗਰਸ ਪਾਰਟੀ ਕੋਲੇ। ਸਭ ਤੋਂ ਜ਼ਿਆਦਾ ਇਨਫਲੂਐਂਸ ਆਪੋਜੀਸ਼ਨ ਪਾਰਟੀਆਂ ਤੇ ਕਿਹਦੇ ਕੋਲੇ? ਕਾਂਗਰਸ ਪਾਰਟੀ ਕੋਲੇ। ਸਭ ਤੋਂ ਜ਼ਿਆਦਾ ਤਜਰਬਾ ਕ੍ਰੈਡੀਬਿਲਿਟੀ ਕਿਹਦੇ ਕੋਲੇ? ਕਾਂਗਰਸ ਪਾਰਟੀ ਕੋਲੇ। ਸੋ ਮੈਂ ਇੱਕ ਗੱਲ ਕਹੂੰਗਾ ਗੌਰਵ ਜੀ ਲਾਸਟ ਜੀ, ਇਹਨਾਂ ਨੇ ਮਾਈਨੋਰਿਟੀਜ਼ ਨਾਲ ਜੋ ਬੀਜੇਪੀ ਨੇ ਕੀਤਾ ਥਰੂ ਯੂਆਪਾ, ਥਰੂ NSA, ਥਰੂ ਸੈਡੀਸ਼ਨ, ਥਰੂ ਹੇਟ ਸਪੀਚ ਲਾਜ਼, ਮੈਂ ਇਹਨਾਂ ਨੂੰ ਗਾਰੰਟੀ ਦਿੰਦਾ ਹੈ ਜਿਹੜਾ ਹਾਊਸ ਆਫ ਕਾਰਡਸ ਖੜਾ ਕੀਤਾ ਸੀਗਾ ਝੂਠ ਦੇ ਬੇਸਿਸ ਤੇ, ਫਰੇਬ ਦੇ ਬੇਸਿਸ ਤੇ, ਧੋਖੇਧੜੀ ਦੇ ਬੇਸਿਸ ਤੇ, ਉਹ ਹਾਊਸ ਆਫ ਕਾਰਡਸ ਕਰੰਬਲ ਕਰਨਾ ਸ਼ੁਰੂ ਹੋ ਗਿਆ। ਕਰਨਾਟਕਾ, ਹਿਮਾਚਲ ਆਲਰੇਡੀ ਹਾਰ ਚੁੱਕੇ ਹੋ, 2024 ਹਾਰਨ ਦੀ ਤਿਆਰੀ ਕਰ ਲਓ। ਤੇ ਮੇਰਾ ਆਮ ਆਦਮੀ ਪਾਰਟੀ ਨੂੰ ਇੱਕੋ ਕਹਿਣਾ ਹੈ, ਇਹਨਾਂ ਨੇ ਇੱਕ ਗੱਲ ਕਹੀ, ਕਹਿੰਦੇ ਕਾਂਗਰਸ ਪਾਰਟੀ ਬੀਜੇਪੀ ਦਾ ਸਮਰਥਨ ਕਰ ਰਹੀ ਹੈ ਜੀ ਦਿੱਲੀ ਆਰਡੀਨੈਂਸ ਤੇ। ਮੈਂ ਇੱਕ ਗੱਲ ਪੁੱਛੂੰਗਾ, ਇੱਕ ਲੀਡਰ ਦਾ ਨਾਮ ਦੱਸ ਦੇਣ ਜਿਹਨੇ ਕਿਹਾ ਵੀ ਦਿੱਲੀ ਆਰਡੀਨੈਂਸ ਤੇ ਬੀਜੇਪੀ ਨੂੰ ਸਪੋਰਟ ਕਰਦੇ। ਜੇ ਨਹੀਂ ਦੱਸ ਸਕਦੇ ਆ ਤਰਕ ਫੇਰ ਦੇਣਗੇ। ਚਲੋ ਮੈਂ ਇੱਕ ਮਿੰਟ ਵਿੱਚ ਬੋਲੋ, ਕਵਨ ਜੀ ਮੈਂ ਤੁਹਾਡੀ ਗੱਲ ਆ ਰਿਹਾ, ਤੁਸੀਂ ਜਵਾਬ ਦਿਓ। ਸਰੀਨ ਸਾਹਿਬ ਦਾ ਟਾਈਮ ਹੈ, ਪਹਿਲਾਂ ਉਹਨਾਂ ਦਾ ਰੁਕ ਕਰਨਾ। ਨਹੀਂ ਖੜਿਆਲ ਸਾਹਿਬ, ਤੁਹਾਡੀ ਗੱਲ ਹੋ ਗਈ, ਲਾਸਟ ਕਰਕੇ ਮਿਲਾਂਗੇ 4 ਪੁਆਇੰਟ ਤੁਸੀਂ ਫੇਰ ਵੀ ਰੱਖ 5 ਸੈਕਿੰਡ ਓਨਲੀ। ਸੋ ਜਿਵੇਂ ਇਹਨਾਂ ਨੇ ਇਲਜ਼ਾਮ ਲਾਇਆ, ਇਹਨਾਂ ਨੇ RDF ਤੇ ਆਮ ਆਦਮੀ ਪਾਰਟੀ ਦੀ ਹਾਈ ਕਮਾਂਡ ਨੇ ਕੋਈ ਸਟੈਂਡ ਨਹੀਂ ਲਿਆ, ਮਤਲਬ ਬੀਜੇਪੀ ਦਾ ਸਮਰਥਨ ਕਰ ਰਹੇ ਹੈ। ਕੋਈ BBMP ਦੇ ਇਸ਼ੂ ਤੇ ਸਟੈਂਡ ਨਹੀਂ ਲਿਆ ਹਾਈ ਕਮਾਂਡ ਨੇ, ਕੇਜਰੀਵਾਲ ਸਾਹਿਬ ਨੇ, ਮਤਲਬ ਬੀਜੇਪੀ ਦਾ ਸਮਰਥਨ ਕਰ ਰਹੇ ਹੈ। ਤੇ ਮੈਂ ਤਾਂ ਇੱਕੋ ਗੱਲ ਕਹੂੰਗਾ ਕਿ ਬੀਜੇਪੀ ਲਾਸਟ ਆਮ ਆਦਮੀ ਪਾਰਟੀ ਕਹਿੰਦੀ ਹੈ ਦੂਜੇ ਸਾਡੀ ਲੜਾਈ ਨੂੰ ਆਪਦੀ ਬਣਾਉਣ, ਤਾਂ ਪਹਿਲਾਂ RDF ਤੇ BBMP ਤੇ ਵਿਧਾਨ ਸਭਾ ਦਾ ਚਲੋ ਦਿੱਲੀ ਦੇ ਵਿੱਚ RDF ਦਾ ਜ਼ਿਕਰ ਹੋਵੇ, ਦਿੱਲੀ ਦੇ ਵਿੱਚ ਪੰਜਾਬ ਦੇ RDF ਦਾ ਜ਼ਿਕਰ ਹੋਵੇ, ਕਹਿ ਰਹੇ ਨੇ ਕਾਂਗਰਸ ਦੇ ਨੁਮਾਇੰਦੇ। ਤਮਨ ਸਾਹਿਬ ਆਉਂਗਾ ਤੁਹਾਡੇ ਕੋਲ। ਸਰੀਨ ਜੀ गौरव जी बड़े काबिल दोस्त ने मेरे। खड़ियाल साहब मैंने एक चीज दसो, 15 पार्टियां का गठजोड़ तुसीं कहंदे जी, बड़ा 15 लोग इकट्ठे हो गए। क्या पंजाब दे विच ममता बनर्जी का कोई इंपैक्ट हैगा? क्या शरद पवार का पंजाब च कोई इंपैक्ट हैगा? दिल्ली च कोई इंपैक्ट हैगा? क्या महबूबा मुफ्ती का पूरे हिंदुस्तान के सिवाय जम्मू कश्मीर का इंपैक्ट हैगा? क्या अखिलेश यादव का यूपी के अलावा कितने का इंपैक्ट है? क्या कम्युनिस्टों का थोड़ा बहुत केरला बच गया उन्होंने को, उसके अलावा कितने होर इंपैक्ट है? ये सारे एक जो कहते ना, एक शहर के महल्ले के लीडर ने, एक शहर जब शहर गिन लीए, महल्ले के लीडर ने, वो कहना तू अपना महल्ला संभाल, मैं अपना महल्ला संभालांगा, आप सारे इकट्ठे होवांगे। क्या मजाक है? ये देश को चलाने की गल कर रहे हैं। डड्डुओं की पंसेरी देश चलाएगी?
ਜਿਹਦੀ ਆਪ ਦੀ ਅੱਜ ਤੁਹਾਡੇ ਚੈਨਲ ਦੇ ਉੱਤੇ ਦੋ ਪਾਰਟੀਆਂ ਦੇ ਜਿਹੜੇ ਨੁਮਾਇੰਦੇ ਬੈਠੇ ਨੇ ਜਿਹੜੇ ਅੱਜ ਦੀ ਮੀਟਿੰਗ ਸ਼ਾਮਲ ਸਨ, ਉਹਨਾਂ ਦਾ ਐਕਸਪੋਜ਼ ਸਾਰੇ ਪੰਜਾਬ ਦੇਖ ਰਿਹਾ। ਤੂੰ ਮੈਂ ਉਹ ਕਰ ਸਾਡੇ ਤੋਂ ਜ਼ਿਆਦਾ ਤੇ ਤੂੰ ਮੈਂ ਉਹਨਾਂ ਦੀ ਹੋ ਰਹੀ ਹੈ, ਤੇ ਤੁਸੀਂ ਕਹਿੰਦੇ ਇਹ ਗੱਠਜੋੜ ਹੋਏਗਾ। ਆਰਿਆ ਤਵਨ ਸਾਹਿਬ, ਆਰਿਆ ਤਵਨ ਥੋੜੀ ਪਲੀਜ਼ ਰੁਕ ਜਾ ਜੀ ਤਵਨ ਜੀ ਪਲੀਜ਼ ਸਰੀਨ ਸਾਹਿਬ ਕੰਪਲੀਟ करो, थोड़ा छोटा रखो जवाब, ਤਾਂ ਹੀ बार-बार मैं आ पाऊंगा ले पाऊंगा। नहीं ਜੇ ਵਿੱਚ ਬੋਲਣਗੇ ਤਾਂ ਮੈਂ ਕੀ ਕਰੂੰਗਾ। ਦੇਖੋ ਮੇਰਾ ਇਹ ਕਹਿਣਾ ਹੈਗਾ ਕਿ ਇਹ ਭਾਵੇਂ ਇਕੱਠੇ ਹੋ ਜਾਣ ਭਾਵੇਂ ਕੁਛ ਹੋ ਜਾਣ, ਇਹਨਾਂ ਦੇ ਕੰਟਰਡਿਕਸ਼ਨਸ ਇੰਨੀਆਂ ਨੇ। ਫਿਰ ਦੂਸਰੀ ਚੀਜ਼, ਪੈਨ ਇੰਡੀਆ ਐਕਸੈਪਟ ਕਾਂਗਰਸ, ਪੈਨ ਇੰਡੀਆ ਕਿਸੇ ਵੀ ਪਾਰਟੀ ਦਾ ਕੋਈ ਇੰਪੈਕਟ ਹੈ ਨਹੀਂਗਾ। ਇਹ ਆਪਣੇ ਮਹੱਲੇ ਦੇ ਪ੍ਰਧਾਨ ਨੇ, ਚੱਲੇ ਨੇ ਦੇਸ਼ ਚਲਾਉਣ ਵਾਸਤੇ। क्या करते हैं, मजाक है एक। और रही गल भारतीय जनता पार्टी में अज भी कह रहे हैं खड़ियाल साहब ते तवन साहब, तुसी भी सुन लो, भारतीय जनता पार्टी 2024 का चुनाव भी जीतेगी, 300 तो बाद सीटा भी लवेगी। अज तुसी सर्वाइवल की लड़ाई लड़ते पे हो, लड़ो लड़ाई, कोई हर्ज नहीं गा। सानू अपने काम ते विश्वास है, तुसी अपने मैदान च चुनाव है, चुनाव में सारियां पार्टियां बिल्कुल तो लोगों ने डिसाइड करना है सर किदे कोल कितनी सीटां चली। नहीं मैं तो ये कह रहा, मैं तो कह रहा ना, चुनाव है, ਇੰਨਾ ਕੌਨਫੀਡੈਂਸ ਕਿਵੇਂ ਗੌਰਵ ਜੀ? ਇੰਨਾ ਕੌਨਫੀਡੈਂਸ ਕਿਵੇਂ 300 ਪਲੱਸ ਅਸੀਂ ਜਾਵਾਂਗੇ? ਅਸੀਂ ਦੱਸਦੇ ਹਾਂ, ਅਸੀਂ ਆਪਣੇ ਕੰਮ ਦੇ ਬੁੱਤੇ ਤੇ ਕਰਦੇ ਇਹ ਹੰਕਾਰ ਬੋਲ ਰਿਹਾ ਹੈ, ਨਹੀਂ ਕੀਤਾ ਬੋਲ ਰਿਹਾ ਤੂੰ ਜੀ ਐਸਾ ਐਸਾ